ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਪ੍ਰਸੰਗ ਚੱਲ ਰਿਹਾ ਸੀ ਜਾਨੀ ਨਾਮ ਦੇ ਸੈਯਦ ਦਾ। ਪ੍ਰਸੰਗ ਇੱਥੋਂ ਤੱਕ ਪਹੁੰਚਿਆ ਹੈ ਕਿ ਕਿਸੇ ਸਿੱਖ ਨੇ ਜਾਨੀ ਸੈਯਦ ਨੂੰ ਦੱਸਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚ ਜਾ, ਤੇਰੇ ਤੇ ਕਿਰਪਾ ਕਰਨਗੇ, ਖੁਦਾ ਨੂੰ ਮਿਲਣ ਦਾ ਸਹਿਲਾ ਰਸਤਾ ਜਿਹੜਾ ਹੈ ਨਾ ਉਹ ਤੈਨੂੰ ਦੱਸ ਦੇਣਗੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੁਣ ਜਸ ਕੋ ਮਨ ਮੈਂ ਹਰ ਖਾਇਓ, ਖੋਜਤ ਪਾਰਸ ਮਨੋ ਬਤਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਸੁਣਿਆ ਜਾਨੀ ਸੈਯਦ ਨੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਮਨ ਨੂੰ ਇਸ ਤਰ੍ਹਾਂ ਕਿ ਜਿਵੇਂ ਸੋਨੇ ਦੀ ਭਾਲ ਕਰ ਰਿਹਾ ਸੀ, ਅਚਾਨਕ ਜਿਵੇਂ ਪਾਰਸ ਦਾ ਪਤਾ ਲੱਗ ਜਾਵੇ, ਕਿਉਂਕਿ ਪਾਰਸ 7 ਧਾਤਾਂ ਦੇ ਵਿੱਚੋਂ ਕਿਸੇ ਦੇ ਨਾਲ ਵੀ ਲੱਗ ਜਾਵੇ ਤੇ ਸੋਨਾ ਬਣਾ ਦਿੰਦਾ। ਭਾਲ ਤੇ ਕਰ ਰਿਹਾ ਸੀ ਸੋਨੇ ਨੂੰ ਲੱਭਣ ਦੀ, ਪਰ ਸੋਨੇ ਨੂੰ ਬਣਾਉਣ ਵਾਲੀ ਜਿਹੜੀ ਵੱਟੀ ਪਾਰਸ ਦੀ ਹੈ ਨਾ, ਜਿਸ ਤਰ੍ਹਾਂ ਉਹਦੀ ਕਿਸੇ ਨੇ ਸੂਹ ਦੇ ਦਿੱਤੀ ਹੋਵੇ, ਇੰਜ ਹੋਇਆ। ਚੱਲ ਆਇਓ ਉਤਲਾਵਤ ਸੋਊ, ਚਿਤ ਮੈਂ ਚਿਤਵਤ ਕਿਸ ਬਿਦ ਜੋ। ਜਾਨੀ ਸੈਯਦ ਤਤਕਾਲ ਹੀ ਜਿੱਥੇ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਠਹਿਰੇ ਹੋਏ ਨੇ, ਉੱਥੇ ਚਿੱਤ ਦਾ ਚਾਅ ਵਧਾ ਕੇ ਪਹੁੰਚ ਗਿਆ। ਕਿਸ ਬਿਦ ਜੋ, ਜਦੋਂ ਪਹੁੰਚਿਆ ਨਗਰੀ ਦੇ ਵਿੱਚ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਕਿਵੇਂ ਸਤਿਗੁਰਾਂ ਦਾ ਮਿਲਾਪ ਕਰਾਂ। ਸੰਕਟ ਆਏ ਸੋ ਖਵਾਜੇ ਮਿਲਿਓ, ਜੋ ਗੁਰ ਪ੍ਰੇਮ ਬਿਖੈ ਢੁਲ ਰਲਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜਾ ਸੰਕੋਚ ਕਰਕੇ ਉਹ ਜੇ ਸੋਚ ਹੀ ਰਿਹਾ ਸੀ ਕਿ ਕਿਵੇਂ ਸਤਿਗੁਰਾਂ ਦਾ ਦਰਸ਼ਨ ਦੀਦਾਰਾ ਕਰਾਂ। ਸੁਖਜਦਿਆਂ ਹੋਇਆਂ ਆਣ ਕੇ ਖਵਾਜੇ ਨੂੰ ਮਿਲਿਆ ਹੈ, ਜਿਹੜਾ ਖਵਾਜਾ ਪਸੀਜ ਕੇ ਇੱਕਮਿਕ ਹੋ ਗਿਆ ਸੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ। ਸਗਰੀ ਆਪਣੀ ਬ੍ਰਿਥਾ ਸੁਨਾਈ, ਮੈਂ ਖੋਜਤ ਨੇ ਬੈਸ ਬਿਤਾਈ। ਉਸ ਖਵਾਜੇ ਨੂੰ ਜਿਹੜਾ ਕਿ ਪਹਿਲਾਂ ਹੀ ਸਤਿਗੁਰਾਂ ਦਾ ਸੇਵਕ ਸੀ, ਉਹਨੂੰ ਜਾਨੀ ਨੇ ਆਪਣਾ ਸਾਰਾ ਹਾਲ ਕਹਿ ਕੇ ਸੁਣਾਇਆ ਹੈ। ਕਹਿੰਦਾ ਮੈਂ ਖੋਜਤ ਨੇ ਬੈਸ ਬਿਤਾਈ, ਮੈਂ ਤੇ ਲੱਭਦਿਆਂ ਲੱਭਦਿਆਂ ਪਰਮੇਸ਼ਰ ਨੂੰ, ਖੁਦਾ ਨੂੰ ਆਪਣੀ ਉਮਰ ਬਤੀਤ ਕਰ ਦਿੱਤੀ। ਤੂੰ ਮਮ ਮੇਲੀ ਤੁਰਕ ਸਰੀਰ, ਗੁਰ ਕੋ ਭੇਵ ਬਤਾਵੋ ਵੀਰ। ਖਵਾਜੇ ਨੂੰ ਜਾਨੀ ਸੈਯਦ ਕਹਿੰਦਾ ਕਿ ਤੂੰ ਤੇ ਮੇਰੇ ਵਰਗਾ ਹੈ, ਤੂੰ ਵੀ ਮੁਸਲਮਾਨ ਹੈ ਔਰ ਮੈਂ ਵੀ ਮੁਸਲਮਾਨ ਹਾਂ। ਕਹਿੰਦਾ ਹੈ ਖਵਾਜੇ ਨੂੰ ਕਿ ਹੇ ਮੇਰੇ ਭਰਾ, ਕਿਰਪਾ ਕਰਕੇ ਗੁਰੂ ਦਾ ਭੇਦ ਮੈਨੂੰ ਦੱਸ ਕਿ ਕਿਵੇਂ ਉਹਨਾਂ ਦੇ ਨਾਲ ਮਿਲਾਪ ਕਰਾਂ। ਕਿਮ ਪ੍ਰਸੰਨ ਹੋਏ ਕਰੁਣਾ ਧਾਰੈ, ਮੋਹ ਦੀਨ ਕੋ ਪੰਥ ਦਿਖਾਰੈ। ਜਾਨੀ ਸੈਯਦ ਖਵਾਜੇ ਨੂੰ ਕਹਿੰਦਾ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਪ੍ਰਸੰਨ ਹੋਣਗੇ,
ਕਿਵੇਂ ਮੇਰੇ ਤੇ ਦਇਆ ਦੀ ਦ੍ਰਿਸ਼ਟੀ ਨੂੰ ਧਾਰਨ ਕਰਨਗੇ ਔਰ ਮੈਨੂੰ ਦੇਣ ਨੂੰ ਚੰਗਾ ਖੁਦਾ ਦਾ ਰਸਤਾ ਕਿੰਜ ਦੱਸਣਗੇ। ਤਬ ख्वाजे ਨੇ ਸਭ ਬਿਦ ਕਹੀ, ਇਨ ਸਮ ਅਪਰ ਨਹੀਂ ਮਹਿ ਮਹੀ। ਜਦੋਂ ਜਾਨੀ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਖਵਾਜੇ ਦੇ ਅੱਗੇ ਕੀਤੀਆਂ, ਉਸ ਵੇਲੇ ਖਵਾਜੇ ਨੇ ਸਾਰੀ ਵਾਰਤਾ ਕਹਿਣੀ ਸ਼ੁਰੂ ਕੀਤੀ। ਕਹਿੰਦਾ ਇਨ ਸਮ ਅਪਰ ਨਹੀਂ ਮਹੀ ਮਹੀ, ਕਹਿੰਦਾ ਕਿ ਤੂੰ ਬਹੁਤ ਚੰਗੀ ਜਗ੍ਹਾ ਦੇ ਉੱਤੇ ਪਹੁੰਚ ਗਿਆ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਰਗਾ ਪ੍ਰਿਥਵੀ ਦੇ ਉੱਤੇ ਹੋਰ ਕੋਈ ਨਹੀਂ। ਗੁਰੂ ਸਮਰਥ ਸਭ ਅੰਤਰ ਜਾਮੀ, ਪਿਖੈ ਦਾਸ ਕੋ ਦਾਸਨ ਸੁਆਮੀ। ਖਵਾਜਾ ਕਹਿੰਦਾ ਕਿ ਸਤਿਗੁਰੂ ਜੀ ਸਮਰੱਥ ਨੇ ਔਰ ਇਸ ਤੋਂ ਇਲਾਵਾ ਇਹ ਅੰਤਰਜਾਮੀ ਨੇ, ਦਾਸਾਂ ਦੇ ਪ੍ਰੇਮ ਨੂੰ ਦੇਖ ਕੇ ਕਿਰਪਾ ਕਰਦੇ ਨੇ ਸੁਆਮੀ ਜੀ। ਕਰੈ ਉਧਾਰਨ ਬਿਲਮ ਨ ਲਾਵੈ, ਜਿਸ ਦਿਨ ਕਰੁਣਾ ਰਸ ਢਲ ਆਵੈ। ਜਾਨੀ ਸੈਯਦ ਨੂੰ ਕਹਿੰਦਾ ਕਿ ਕੁਝ ਕਹਿਣ ਦੀ ਲੋੜ ਨਹੀਂ ਹੈ। ਕਹਿੰਦਾ ਕਿ ਜਦੋਂ ਉਧਾਰ ਇਹਨਾਂ ਨੇ ਕਰਨਾ ਹੈ, ਜਦੋਂ ਕਲਿਆਣ ਕਰਨਾ ਹੈ, ਉਦੋਂ ਦੇਰੀ ਨਹੀਂ ਲਾਉਣੀ। ਪਰ ਜਿਸ ਦਿਨ ਕਰਨਾ ਰਸ ਢਲ ਆਵੈ, ਜਿਸ ਦਿਨ ਕਰਨਾ ਦੇ ਦਇਆ ਦੇ ਰਸ ਦੇ ਵਿੱਚ ਢਲਣਗੇ, ਉਦੋਂ ਹੀ ਤੇਰੇ ਤੇ ਕਿਰਪਾ ਹੋਏਗੀ। ਸ੍ਰੀ ਸਤਿਗੁਰ ਕੇ ਦੁਆਰੇ ਬਹੋ, ਕਿਸ ਤੇ ਸੁਣੋ ਨ ਕਿਹ ਸੋ ਕਹੋ। ਜਾਨੀ ਸੈਯਦ ਨੂੰ ਖਵਾਜਾ ਕਹਿੰਦਾ ਕਿ ਸਤਿਗੁਰਾਂ ਦੇ ਦਰਵਾਜ਼ੇ ਦੇ ਅੱਗੇ ਬਹਿ ਜਾ, ਕਿਸੇ ਨੂੰ ਕਹਿਣ ਦੀ ਕੁਝ ਲੋੜ ਨਹੀਂ ਹੈ, ਨਾ ਕਿਸੇ ਨੂੰ ਕਹਿ ਤੇ ਨਾ ਕਿਸੇ ਦੀ ਸੁਣ। ਹਿਰਦੈ ਆਰਾਧੋ ਤੂਸ਼ਨ ਠਾਨੋ, ਨਿਜ ਪ੍ਰਸੰਗ ਕਿਹ ਸੋ ਨਾ ਬਖਾਨੋ। ਖਵਾਜਾ ਕਹਿੰਦਾ ਹਿਰਦੇ ਦੇ ਵਿੱਚੋਂ ਹੀ ਸਤਿਗੁਰਾਂ ਦੀ ਆਰਾਧਨਾ ਨੂੰ ਕਰ, ਪਰ ਚੁੱਪ ਕਰਕੇ ਰਹਿ, ਕਿਸੇ ਨੂੰ ਆਪਣਾ ਪ੍ਰਸੰਗ ਤੂੰ ਅੱਜ ਤੋਂ ਬਾਅਦ ਨਹੀਂ ਸੁਣਾਉਣਾ। ਜਬ ਜਾਣੈ ਤੇਰੋ ਅਹਿਵਾਲ, ਕਸੈ ਕਸੌਟੀ ਰਹੋ ਸੰਭਾਲ। ਕਿਸ ਤਰੀਕੇ ਦੇ ਨਾਲ ਪ੍ਰਾਪਤੀ ਹੋਵੇ ਉਸ ਦੇ ਬਾਰੇ ਜਾਨੀ ਸੈਯਦ ਨੂੰ ਖਵਾਜਾ ਕਹਿੰਦਾ ਕਿ ਅਰਜ਼ ਕਰਨ ਦੀ ਕੋਈ ਲੋੜ ਨਹੀਂ ਹੈ, ਕਿਸੇ ਨੂੰ ਆਪਣੀ ਹਾਲਤ ਦੱਸਣ ਦੀ ਵੀ ਕੋਈ ਲੋੜ ਨਹੀਂ ਹੈ। ਬਸ ਦਰਵਾਜ਼ੇ ਦੇ ਅੱਗੇ ਬਹਿ ਜਾ। ਸਤਿਗੁਰੂ ਜੀ ਅੰਤਰਜਾਮੀ ਤੇਰੇ ਹਾਲ ਨੂੰ ਜਦੋਂ ਜਾਣਨਗੇ, ਆਪੇ ਤੇਰੇ ਤੇ ਕਿਰਪਾ ਕਰਨਗੇ। ਪਰ ਨਾਲ ਦੀ ਨਾਲ ਉਸ ਖਵਾਜੇ ਨੇ ਇਹ ਵੀ ਆਖਿਆ, ਕਸੈ ਕਸੌਟੀ, ਫਿਰ ਤੇਰੇ ਤੇ ਕਸੌਟੀ ਕੱਸੀ ਜਾਵੇਗੀ। ਭਾਵ ਕਿ ਜਦੋਂ ਸਤਿਗੁਰਾਂ ਦੀ ਤੇਰੇ ਤੇ ਮਿਹਰ ਦੀ ਨਜ਼ਰ ਪਵੇਗੀ, ਫਿਰ ਸਤਿਗੁਰੂ ਜੀ ਤੇਰੀ ਪਰਖ ਕਰਨਗੇ। ਔਖੇ ਔਖੇ ਤਾਅ ਵੀ ਦਿੱਤੇ ਜਾ ਸਕਦੇ ਨੇ, ਪਰ ਕਹਿੰਦੇ ਨੇ ਰਹੋ ਸੰਭਾਲਾ। ਖਵਾਜਾ ਕਹਿੰਦਾ ਜਰਾ ਸੰਭਲ ਕੇ ਰਵੇਂ, ਕਸੌਟੀ ਵੀ ਜ਼ਰੂਰ ਹੋਵੇਗੀ, ਪਰਖ ਵੀ ਜ਼ਰੂਰ ਹੋਵੇਗੀ। ਦਾਏ ਤਾਓ ਤੇ ਉਤਰੈ ਪੂਰਾ, ਕਿਰਪਾ ਕਰੈ ਹੋਏ ਤਵ ਉਰ ਰੂਰਾ। ਤੇ ਕਹਿੰਦਾ ਜਦੋਂ ਤਾ ਦੇ ਉੱਤੋਂ ਵੀ ਪੂਰਾ ਉਤਰ ਗਿਆ, ਕਸੌਟੀ ਤੇ ਵੀ ਖਰਾ ਨਿਤਰ ਗਿਆ, ਤੇ ਫਿਰ ਸਤਿਗੁਰੂ ਜੀ ਤੇਰੇ ਤੇ ਕਿਰਪਾ ਕਰਨਗੇ, ਤੇਰੇ ਹਿਰਦੇ ਨੂੰ ਸ਼ੁੱਧ ਕਰ ਦੇਣਗੇ। ਜਿਮ ਕੰਚਨ ਕੋ ਆਗਾ ਦੇਤਾ, ਖੋਟ ਨਿਕਾਰ ਸ਼ੁੱਧ ਕਰ ਲੇਤਾ। ਖਵਾਜਾ ਕਹਿੰਦਾ ਕਿ ਜਿਵੇਂ ਕੋਈ ਸੁਨਿਆਰਾ ਸੋਨੇ ਨੂੰ ਬਹੁਤ ਸਾਰੀਆਂ ਅੱਗਾਂ ਦਿੰਦਾ, ਬੜਾ ਤਾਅ ਦਿੰਦਾ, ਔਰ ਤਾਅ ਦੇ ਦੇ ਕੇ ਸੋਨੇ ਨੂੰ ਉਹ ਫਿਰ ਖੋਟਾਪਣ ਕੱਢ ਕੇ ਸੋਨੇ ਦੇ ਵਿੱਚੋਂ ਤੇ ਸੋਨੇ ਨੂੰ ਬਿਲਕੁਲ ਸ਼ੁੱਧ ਕਰ ਲੈਂਦਾ। ਕਹਿੰਦਾ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਮਨੁੱਖ ਨੂੰ ਤਾਅ ਦੇ ਕੇ ਕਸੌਟੀਆਂ ਤੇ ਪਰਖ ਕੇ ਉਹਦੀਆਂ ਬੁਰਾਈਆਂ ਨੂੰ ਕੱਢ ਕੇ ਉਹਨੂੰ ਸ਼ੁੱਧ ਕਰਦੇ ਨੇ। ਪਾਲੀ ਪ੍ਰਕਾਰ ਲੇਹ ਜਬ ਸੋਦੇ, ਤਬ ਖੁਦਾਏ ਮਗ ਤੋਹੇ ਪ੍ਰਬੋਧੈ। ਕਹਿੰਦਾ ਇਸੇ ਤਰੀਕੇ ਦੇ ਨਾਲ, ਭਲੀ ਪ੍ਰਕਾਰ ਦੇ ਨਾਲ, ਚੰਗੇ ਤਰੀਕੇ ਦੇ ਨਾਲ ਜਦੋਂ ਸਤਿਗੁਰੂ ਜੀ ਤੇਰੀ ਸੋਧ ਕਰ ਲੈਣਗੇ, ਜਦੋਂ ਤੈਨੂੰ ਸ਼ੁੱਧ ਕਰ ਲੈਣਗੇ, ਤੇ ਫਿਰ ਖੁਦਾ ਦਾ ਚੰਗਾ ਜਿਹੜਾ ਰਸਤਾ ਹੈ ਨਾ, ਉਹਦਾ ਤੈਨੂੰ ਸਤਿਗੁਰੂ ਜੀ ਉਪਦੇਸ਼ ਦੇਣਗੇ। ਸਫਲ ਕਹਿਨ ਇਨੋ ਤਤਕਾਲੂ, ਸੁਣੇ ਪੀਰ ਜੀ ਹੋਏ ਨਿਹਾਲੂ। ਕਹਿੰਦਾ ਕਿ ਸਤਿਗੁਰਾਂ ਦਾ ਕਿਹਾ ਹੋਇਆ ਵਚਨ ਹਰ ਇੱਕ ਹਾਲਤ ਦੇ ਵਿੱਚ ਸਫਲ ਹੁੰਦਾ ਹੈ, ਪੂਰਾ ਹੁੰਦਾ ਹੈ। ਸੁਣੇ ਪੀਰ ਜੀ ਹੋਏ ਨਿਹਾਲੂ। ਖਵਾਜਾ ਕਹਿੰਦਾ ਕਿ ਮੇਰਾ ਦਿਲ ਮੰਨਦਾ ਹੈ, ਮੈਨੂੰ ਯਕੀਨ ਹੈ ਕਿ ਸਤਿਗੁਰੂ ਜੀ ਤੇਰੀ ਜ਼ਰੂਰ ਪੁਕਾਰ ਨੂੰ ਸੁਣਨਗੇ ਔਰ ਤੈਨੂੰ ਕਿਸੇ ਸਮੇਂ ਨਿਹਾਲ ਕਰਨਗੇ।
सुन जानी सैयद अस गाथा, मन कर तही निवायस माथा। जो कुछ भी दसिया ख्वाजे ने ਉਹਦੀ ਸਾਰੀ ਗੱਲ ਨੂੰ ਜਾਨੀ ਸੈयद ਨੇ ਦ੍ਰਿੜਤਾ ਦੇ ਨਾਲ ਮੰਨ ਲਿਆ। ਸਤਿਗੁਰਾਂ ਦੇ ਕੋਲ ਨਹੀਂ ਪਹੁੰਚਿਆ, ਉੱਥੋਂ ਹੀ ਸਿਰ ਨਵਾ ਕੇ ਸਤਿਗੁਰਾਂ ਦੇ ਵਾਸਤੇ ਨਮਸਕਾਰ ਕੀਤੀ। ਪਾਇਓ ਸਥਿਰ ਗੁਰਦੁਆਰ ਅਗਾਰੀ, ਭੂਖ ਪਿਪਾਸਾ ਸਹਿ ਦੁਖ ਭਾਰੀ। ਜਿਸ ਤਰ੍ਹਾਂ ਦੱਸਿਆ ਸੀ ख्वाजे ਨੇ, ਸਤਿਗੁਰਾਂ ਦਾ ਜਿਹੜਾ ਦਰਵਾਜ਼ਾ ਸੀ, ਜਿੱਥੋਂ ਆਉਣ ਜਾਣ ਦਾ ਰਸਤਾ ਸੀ, ਉਹਦੇ ਲਾਗੇ ਹੀ ਆਪਣੇ ਮਨ ਨੂੰ ਸਥਿਰਤਾ ਦੇ ਵਿੱਚ ਕਰਕੇ ਸੈयद ਬਹਿ ਗਿਆ ਹੈ। ਭੁੱਖ ਨੂੰ, ਪਿਆਸ ਨੂੰ ਤੇ ਦੁੱਖਾਂ ਨੂੰ ਸਹਿਣ ਲੱਗਾ, ਉੱਥੇ ਬੈਠਾ ਰਹਿੰਦਾ। ਸ੍ਰੀ ਗੁਰ ਕੋਹੇ ਰਹਿ ਜਿਹ ਸਮੋ, ਮਹਾਦੀਨ ਹੋਏ ਧਾਰਤ ਨਮੋ। ਜਦੋਂ ਵੀ ਸਤਿਗੁਰੂ ਜੀ ਅੰਦਰ ਜਾਂਦੇ ਨੇ ਜਾਂ ਘਰ ਤੋਂ ਬਾਹਰ ਨਿਕਲਦੇ ਨੇ, ਉਸ ਵੇਲੇ ਸਤਿਗੁਰਾਂ ਦਾ ਦਰਸ਼ਨ ਕਰਦਾ ਹੈ ਤੇ ਬੜੀ ਹੀ ਦੀਨਤਾਈ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਦਾ ਹੈ, ਪਰ ਕੋਈ ਅਰਜ਼ ਨਹੀਂ ਕਰਦਾ। ਅਪਰ ਕਛੂ ਕਿਮ ਸੁਣੈ ਨ ਕਹੈ, ਆਤ ਪਛਾਵ ਦਿਵਸ ਨਿਸ ਸਹਿ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿਸੇ ਨੂੰ ਕੁਝ ਨਹੀਂ ਕਹਿੰਦਾ, ਕਿਸੇ ਦੀ ਆਖੀ ਹੋਈ ਗੱਲ ਨੂੰ ਨਹੀਂ ਸੁਣਦਾ, ਧੁੱਪ ਨੂੰ, ਛਾਂ ਨੂੰ, ਰਾਤ ਨੂੰ ਤੇ ਦਿਨ ਨੂੰ ਉੱਥੇ ਬੈਠਾ ਗੁਜ਼ਾਰ ਦਿੰਦਾ। ਨੀਚ ਗਰੀਬ ਬੈਠਿਓ ਇੱਕ ਥਾਨ, ਮਨ ਮੈਂ ਰਾਖੇ ਸਤਿਗੁਰ ਧਿਆਨ। ਕਵੀ ਜੀ ਲਿਖਦੇ ਨੇ ਕਿ ਨੀਵੀਂ ਧੌਣ ਕਰਕੇ ਉੱਥੇ ਇੱਕੋ ਜਗ੍ਹਾ ਦੇ ਉੱਤੇ ਬੈਠਾ ਰਹਿੰਦਾ, ਮਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਹਮੇਸ਼ਾ ਧਾਰ ਕੇ ਰੱਖਦਾ ਹੈ, ਭਾਵ ਕਿ ਸਤਿਗੁਰਾਂ ਦੇ ਵੱਲ ਧਿਆਨ ਰੱਖਦਾ ਹੈ, ਪਰ ਨੀਵੀਂ ਧੌਣ ਕਰਕੇ ਸਾਰਾ ਦਿਨ ਉੱਥੇ ਬੈਠਾ ਰਹਿੰਦਾ। ਇਸ ਤਰੀਕੇ ਦੇ ਨਾਲ ਜਾਨੀ सैयद ਦੇ ਪ੍ਰਸੰਗ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇੰਜ ਬਿਆਨ ਕੀਤਾ। ਉਹਨਾਂ ਦਿਨਾਂ ਦੇ ਵਿੱਚ ਹੀ ਨਾਮ ਜਾਨੀ, ਇੱਕ ਹੋਰ ਫਕੀਰ ਆ ਗਿਆ ਸੀ ਜੀ। ਰੰਗਣ ਚੜੀ ख्वाजे ਨੂੰ ਉਸ ਡਿੱਠੀ, ਤਾਰੇ ਉਸ ਯਕੀਨ ਵੀ ਲਿਆ ਸੀ ਜੀ। ਧੂਆਂ ਪਾ ਬੈਠਾ ਗੁਰਦੁਆਰੇ ਅੱਗੇ, ਮਸਤ ਵਿੱਚ ਪ੍ਰੇਮ ਦੇ ਰਿਹਾ ਸੀ ਜੀ। ਜਾਨੀ ਕੋ ਜਾਨੀ ਮਿਲਾ ਦੋ, ਕਰਦਾ ਰਾਤ ਦਿਨ ਬੋਲ ਅਵਿਹਾ ਸੀ ਜੀ। ਨੀਵੀਂ ਧੌਣ ਕਰਕੇ ਸਦਾ ਰਹੇ ਬੈਠਾ, ਧਰਨਾ ਮਾਰਿਆ ਉਸ ਅਜਿਹਾ ਸੀ ਜੀ। ਸਮਝ ਗਏ ਸਤਿਗੁਰੂ ਕਰਤਾਰ ਸਿੰਘਾ, ਮੂੰਹੋਂ ਉਸ ਨੂੰ ਕੁਝ ਨਾ ਕਿਹਾ ਸੀ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਧਰਨਾ ਮਾਰ ਕੇ ਸਤਿਗੁਰਾਂ ਦੇ ਬੂਹੇ ਤੇ ਬਹਿ ਗਿਆ ਹੈ। ਇਹੀ ਗੱਲ ਕਰਦਾ ਸੀ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ। ਬਸ ਇੰਨੀ ਗੱਲ ਕਰਦਾ ਸੀ, ਹੋਰ ਕਿਸੇ ਨੂੰ ਆਪਣਾ ਭੇਦ ਨਹੀਂ ਸੀ ਦਿੰਦਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅੰਤਰਜਾਮੀ ਜੀ ਨੇ ਉਹਦੇ ਭੇਦ ਨੂੰ ਜਾਣ ਲਿਆ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰੀਰਕ ਤੌਰ ਦੇ ਉੱਤੇ ਇਸ ਗੱਲ ਨੂੰ ਜ਼ਾਹਰ ਨਹੀਂ ਕੀਤਾ। ਕਿਤਕ ਦਿਵਸ ਮੈਂ ਕਹਿਓ ਗੁਸਾਈ, ਏਕੋ ਬੈਠਿਓ ਬੂਝੋ ਜਾਈ। ਥੋੜੇ ਦਿਨਾਂ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸਿੱਖ ਨੂੰ ਹੁਕਮ ਕੀਤਾ ਕਿ ਇਹ ਕੌਣ ਬੈਠਾ ਹੋਇਆ, ਜਾ ਕੇ ਇਸ ਨੂੰ ਪੁੱਛੋ। ਪਾਠਿਓ ਸਿੱਖ ਏਮ ਪੂਛ ਪਠਾਇਓ, ਕੌਣ ਅਰਥ ਤੂੰ ਆ ਤੁਮ ਪਾਇਓ। ਕਵੀ ਜੀ ਲਿਖਦੇ ਨੇ ਕਿ ਸਿੱਖ ਨੂੰ ਘੱਲਿਆ ਹੈ ਕਿ ਜਾ ਕੇ ਪੁੱਛੋ। ਸਤਿਗੁਰਾਂ ਨੇ ਨਾਲ ਇਹ ਵੀ ਆਖਿਆ ਸਿੱਖ ਨੂੰ ਕਿ ਜਾ ਕੇ ਉਸ ਨੂੰ ਪੁੱਛੋ, ਕਿਹਦੇ ਵਾਸਤੇ ਤੂੰ ਧੂਆਂ ਪਾ ਕੇ ਬੈਠਾ ਹੈ। ਇੱਥੇ ਧੂਏ ਦਾ ਭਾਵ ਕੋਈ ਧੂਆਂ ਨਹੀਂ ਹੈ, ਕਹਿਣ ਤੋਂ ਭਾਵ ਹੈ ਕਿ ਕਿਸ ਮਤਲਬ ਦੇ ਲਈ ਧੂਆਂ ਪਾ ਬੈਠਾ ਹੈ, ਭਾਵ ਕਿ ਦ੍ਰਿੜ ਹੋ ਕੇ ਕਿਉਂ ਇੱਥੇ ਬੈਠਾ ਹੈ। ਵਸਤਰ ਦਰਬ ਤੇ ਆਦਿਕ ਆਣ, ਸੋ ਮੁਖ ਤੇ ਪ੍ਰਾਰਥਨਾ ਠਾਣ। ਸਿੱਖ ਨੇ ਆਣ ਕੇ ਆਖਿਆ ਹੈ ਜਾਨੀ ਸੈयद ਨੂੰ ਕਿ ਜੇਕਰ ਕੱਪੜੇ ਲੋੜੀਂਦੇ ਨੇ, ਕੱਪੜੇ ਦਿੱਤੇ ਜਾਣਗੇ। ਜੇਕਰ ਪੈਸੇ ਮੰਗਦਾ ਹੈ ਤੇ ਸਤਿਗੁਰੂ ਜੀ ਪੈਸੇ ਦੇਣਗੇ। ਜੇ ਹੋਰ ਵੀ ਕਿਸੇ ਚੀਜ਼ ਦੀ ਚਾਹ ਹੈ ਤੂੰ ਕਹਿ ਦੇ, ਸਤਿਗੁਰੂ ਜੀ ਤੇਰੀ ਪ੍ਰਾਰਥਨਾ ਨੂੰ ਪ੍ਰਵਾਨ ਕਰਨਗੇ। ਕਹਿ ਗੁਰ ਕਰ ਤੇ ਲੀਜੈ ਪਾਏ, ਕਰ ਕਾਰਜ ਕੋ ਸਦਨ ਸਿਧਾਏ। ਸਿੱਖ ਜਾਨੀ ਸੈयद ਨੂੰ ਕਹਿੰਦਾ
गुरु घर दे विच किसी चीज की कहंदा कोई कमी नहीं, जिहड़ी चीज मंगेगा वो तेनू मिल जाएगी। मन पाउंदी मुराद नू पा के तू अपने घर चलिया जा, इत्थे क्यों रोज बैठा रहना। गायो सिख ने सरब सुनाई, निज अभिलाखा देहो जनाई। ग्रंथाकार भाई संतोख सिंह जी लिखते ने, सिख ने जाके आख्या कि अपने मन की लालसा नू दस, तेरी वो लालसा पूरी की जाएगी। दस तेरे मन दे विच की इच्छा। सतगुर के परवाह ना कोई, तोहे भाग में प्राप्त सोई। सिख ने आख्या कि सतगुरां दे घर दे विच जां सतगुरां नू कोई परवाह नहीं है, तोहे भाग में प्राप्त सोई। जो चीज तेरे भागां दे विच लिखी होएगी वो तेनू जरूर नसीब होएगी, मिलेगी। दस तेरे मन दी की तमन्ना। सोनी सिख ते सैयद जानी, होए नमर कर जोर बखानी। जदों सिख ने इस तरह दे बचन कीते ते सुन के सारियां गल्लां नू फिर हथ जोड़ के बड़ी ही निमरता दे नाल सैयद जानी ने इंज आख्या, कहंदा नस्वर अह पदार्थ सारे, तिनके लोभ ना हृदय हमारे। जानी सैयद कहंदा कि जिन्हां पदार्थां दी तू गल करदा है ये ते सारे दे सारे दुनियावी पदार्थ ने और सारे दे सारे खत्म हो जाण वाले ने। कहंदा कि इन्हां पदार्थां दा मेरे मन दे विच रता भी कोई लोभ नहीं। मैं तालब मौला को एक, देह कृपा कर जल्द बवेक। कहंदा मैं ते सिर्फ खुदा दा जाचक हां, मैं खुदा दा जग्यासू हां। किरपा करन जे सतगुरु जी ते मैनू खुदा दा रस्ता दस देन, मैनू होर कुछ नहीं चाहिए। सिखियन सुन के जाए सुनाई, करी मौन तब गुरु गोसाई। कवि जी लिखते ने सिख ने जाके जानी सैयद दे वल्लों अर्ज कीती कि सच्चे पातशाह वो कहंदा दुनियावी पदार्थां दी कोई लोड़ नहीं है, जेकर सतगुरां ने मेरे ते किरपा करनी है ते खुदा दे नाल मेरा मिलाप कर देन, मैनू होर कुछ नहीं चाहिए। सतगुरां ने उसकी बेनती नू सुनिया, पर कवि जी लिखते ने करी मौन तब गुरु गसाई, पर सतगुरां ने कोई भी जवाब ना दिता, चुप कर गए। कितक काल में आज्ञा दीन, करो ओट इस देश ते चीन। थोड़े चिर तो बाद सतगुरां ने सिखां नू हुक्म कीता, कहंदे ने कि जिहड़े पासे वो जानी सैयद बैठा है उहनू असीं वेखना नहीं चाहुंदे, ओहदे पासे कोई ओला कर दिओ, कोई ओट कर दिओ। पीत उचेरी देहो चिनवाई, आवत जात नहीं दरसाई। हुण सतगुरां ने कसौटी ते परखना चाहया जानी सैयद नू। सिखां नू कहंदे ने कि उस दे अगे एक बहुत उच्ची कंध चिण दित्ती जावे। आवत जात नहीं दरसाई, कहंदे ने कोई आउंदा जांदा ओनू ना दिसे, ना असीं ओनू वेखीए, उच्ची कंध बना दिओ ओहदे अगे। तब सुन सिखियन तैसे कीनस, तिसके अगर चिनाए सो दीनस। कवि जी लिखते ने सतगुरां दे सिखां ने सतगुरां दे बचन नू मन्निया ते जिथे सैयद बैठा सी ओहदे सामने एक बहुत उच्ची कंध बनवा दित्ती, ताकि ना जानी नू कोई आउंदा जांदा दिसे ते ना ही कोई जानी नू देख सके। अगे वड्डी कंध बना दित्ती। जानी बैठ रहो गह सेवा, दरस नहीं हुआ तब गुर देवा। ग्रंथाकार भाई संतोख सिंह जी लिखते ने, तां भी जानी ने अपनी दृढ़ता नू विश्वास नू नहीं छड्डिया। दरस नहीं होया तब गुरदेवा, भावें कि सतगुरां दा हुण दर्शन भी नहीं हुंदा, पर तां भी उथों निराशा नू धारण करके उठ के नहीं गया, उत्थे ही दृढ़ता दे नाल बैठा रहा। इस तरीके दे नाल उस वेले सतगुरां ने परख कीती। दिनों दिन वध गया प्रेम ओदा, खाण पीन दा कुछ ना आहर करदा। छां धुप दी कुछ परवाह ना रही, हर रोज वधिक प्यार करदा। जानी को जानी मिला दो,
हर दम ही हो पुकार करदा। एक दिन सतगुरां ने हुक्म दिता, ये फकीर है बड़ा लाचार करदा। ਇਹਦੇ ਸਾਹਮਣੇ ਕੰਧ ਉਸਾਰ ਦੇਵੋ, ਇਹਦੇ ਸਾਹਮਣੇ ਕੰਧ ਉਸਾਰ ਦੇਵੋ। ਆਉਂਦੇ ਜਾਂਦਿਆਂ ਤਾਈਂ ਬੇਜ਼ਾਰ ਕਰਦਾ, ਓਲਾ ਕਰ ਦਿੱਤਾ ਕਰਤਾਰ ਸਿੰਘਾ, ਜਾਨੀ ਉਵੇਂ ਹੀ ਰਿਹਾ ਰਿਹਾੜ ਕਰਦਾ। ਕਰਤਾਰ ਸਿੰਘ ਜੀ ਕਲਾਸ ਵੇਲੇ ਲਿਖਦੇ ਨੇ, ਸਤਿਗੁਰਾਂ ਨੇ ਆਖਿਆ ਓਲਾ ਕਰ ਦਿਓ, ਕੰਧ ਕਰ ਦਿਓ, ਇਹ ਬੜਾ ਤੰਗ ਕਰਦਾ ਹੈ। ਕੰਧ ਸਤਿਗੁਰਾਂ ਦੇ ਸਿੱਖਾਂ ਨੇ ਕਰ ਦਿੱਤੇ, ਪਰ ਕਵੀ ਜੀ ਲਿਖਦੇ ਨੇ ਕਿ ਉਸੇ ਤਰੀਕੇ ਦੇ ਨਾਲ ਉਹ ਉੱਥੇ ਹੀ ਬੈਠਾ ਰਿਹਾ। ਨਿਸ ਦਿਨ ਨਾਮ ਗੁਰੂ ਕੋ ਜਪੈ, ਆਤਮ ਛੁਦਾਇਆਦ ਤੇ ਤਪੈ। ਰਾਤ ਦਿਨ ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਨਾਮ ਨੂੰ ਯਾਦ ਕਰਦਾ ਹੈ, ਧੁੱਪ ਛਾਂ ਇਹ ਸਾਰੀਆਂ ਚੀਜ਼ਾਂ ਨੂੰ ਤਪਦਾ ਹੈ। ਮਨ ਮੈਂ ਪ੍ਰੇਮ ਬਿਰਧਾਏ ਬਿਸਾਲਾ, ਧਰੈ ਧਿਆਨ ਇਸ ਸਥਿਰ ਸਭ ਕਾਲਾ। ਮਨ ਦੇ ਵਿੱਚ ਪ੍ਰੇਮ ਨੂੰ ਦਿਨੋਂ ਦਿਨ ਵੱਡਾ ਤੋਂ ਵੱਡਾ ਵਧਾਈ ਜਾਂਦਾ ਹੈ, ਧਿਆਨ ਦੇ ਵਿੱਚ ਅਸਥਿਰ ਰਹਿੰਦਾ ਹੈ ਹਰ ਸਮੇਂ। ਗੁਰ ਕੋ ਸੇਵਕ ਖਵਾਜਾ ਜੋਈ, ਕੁਛ ਸੁਧ ਖਾਣ ਪਾਣ ਲੈ ਸੋਈ। ਕੋਈ ਉਹਦੇ ਕੋਲ ਨਹੀਂ ਜਾਂਦਾ, ਇਕੱਲਾ ਬੈਠਾ ਰਹਿੰਦਾ। ਕਵੀ ਜੀ ਲਿਖਦੇ ਨੇ ਕਿ ਕਦੇ ਕਦੇ ਉਹ ਜਿਹੜਾ ਖਵਾਜਾ ਹੈ ਗੁਰੂ ਦਾ ਸਿੱਖ, ਉਹੀ ਉਹਦੀ ਖਾਣ ਤੇ ਪੀਣ ਦੀ ਖਬਰ ਲੈਂਦਾ। ਜਾਨੀ ਕੋ ਇੱਕ ਜਾਨਾ ਬਿਨਾ, ਕਛੂ ਨਾ ਸੁਹਾਵਤ ਔਰ ਇੱਕ ਛਿਨਾ। ਕਵੀ ਜੀ ਲਿਖਦੇ ਨੇ ਕਿ ਜਾਨੀ ਨੂੰ ਪਿਆਰ ਤੋਂ ਬਿਨਾ ਹੋਰ ਇੱਕ ਖਿਣ ਮਾਤਰ ਵੀ ਕੁਝ ਨਹੀਂ ਸੋਚਦਾ, ਬਸ ਇਹੀ ਗੱਲ ਕਰਦਾ ਹੈ ਜਦੋਂ ਕਰਦਾ ਹੈ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ। ਪਾਇਓ ਪ੍ਰੇਮ ਤੇ ਚਿਤ ਮਸਤਾਨਾ, ਦਿਨ ਪ੍ਰਤੀ ਬਰਦੋ ਜਾਤ ਮਹਾਨਾ। ਦਿਨ ਪ੍ਰਤੀ ਦਿਨ ਪ੍ਰੇਮ ਦੇ ਵਿੱਚ ਮਸਤ ਹੁੰਦਾ ਗਿਆ ਉਹਦਾ ਚਿੱਤ, ਦਿਨ ਪ੍ਰਤੀ ਦਿਨ ਵੱਧ ਤੋਂ ਵੱਧ ਪ੍ਰੇਮ ਪੈਦਾ ਹੁੰਦਾ। ਗੁਰ ਪਿਆਰੇ ਕੀ ਲਾਗੀ ਲਗਨ, ਸਕਲ ਕਾਲ ਮੈਂ ਪ੍ਰੀਤ ਨਿਮਗਨ। ਕਵੀ ਜੀ ਲਿਖਦੇ ਨੇ ਕਿ ਪਿਆਰੇ ਗੁਰੂ ਨੂੰ ਮਿਲਣ ਦੀ ਲਗਨ ਲੱਗੀ ਹੋਈ ਹੈ, ਹਰ ਸਮੇਂ ਪ੍ਰੀਤ ਦੇ ਵਿੱਚ ਹੀ ਨਿਮਗਨ ਰਹਿੰਦਾ ਹੈ, ਮਗਨ ਰਹਿੰਦਾ ਹੈ। ਦਰਸ਼ਨ ਬਿਨਾ ਦਰਸ ਕਰ ਨੀਤ, ਬਿਨਾ ਸੁਣਾਏ ਸੁਣ ਤੋ ਚੀਤ। ਅੱਗੇ ਕੰਧ ਬਣਾ ਦਿੱਤੀ ਹੈ, ਪਹਿਲਾਂ ਸਤਿਗੁਰਾਂ ਦਾ ਦਰਸ਼ਨ ਹੋ ਜਾਂਦਾ ਸੀ, ਪਰ ਕਵੀ ਜੀ ਲਿਖਦੇ ਨੇ ਹੁਣ ਦਰਸ਼ਨ ਵੀ ਨਹੀਂ ਹੁੰਦਾ, ਪਰ ਤਾਂ ਵੀ ਦਰਸ਼ਨ ਬਿਨਾ ਦਰਸ ਕਰ ਨੀਤ। ਬਾਹਰਲੇ ਦਰਸ਼ਨ ਤੋਂ ਬਿਨਾ ਅੰਦਰ ਆਤਮਾ ਦਾ ਦਰਸ਼ਨ ਹਮੇਸ਼ਾ ਕਰਦਾ ਹੈ। ਬਿਨਾ ਸੁਣਾਏ ਸੋ ਸੁਣਬੋ ਚੀਤ। ਬੇਨਤੀਆਂ ਭਾਵੇਂ ਪ੍ਰਤੱਖ ਰੂਪ ਦੇ ਵਿੱਚ ਨਹੀਂ ਕਰਦਾ, ਪਰ ਤਾਂ ਵੀ ਸਤਿਗੁਰੂ ਜੀ ਉਸ ਦੀ ਦਸ਼ਾ ਨੂੰ ਸਮਝਦੇ ਨੇ। ਬਿਨ ਆਹਾਰ ਤੇ ਤ੍ਰਿਪਤਿਓ ਰਹੇ, ਮਨ ਮੈਂ ਮਸਤ ਮੌਨ ਸੁਖ ਲਹੇ। ਬਗੈਰ ਹੀ ਕੁਝ ਖਾਣ ਪੀਣ ਤੋਂ ਰੱਜਿਆ ਰਹਿੰਦਾ, ਮਨ ਮੈਂ ਮਸਤ ਮੌਨ ਸੁਖ ਲਹੈ, ਮਸਤ ਰਹਿੰਦਾ ਤੇ ਚੁੱਪ ਦੇ ਵਿੱਚ ਹੀ ਸੁਖ ਨੂੰ ਮੰਨਦਾ। ਇਸ ਪ੍ਰਕਾਰ ਬੀਤਿਓ ਚਿਰ ਕਾਲ, ਸ੍ਰੀ ਸਤਿਗੁਰ ਨਹੀਂ ਕਰੀ ਸੰਭਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਾਫੀ ਲੰਮਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਦੇ ਉਹਨੂੰ ਯਾਦ ਨਹੀਂ ਕੀਤਾ, ਕਦੇ ਨਹੀਂ ਪੁੱਛਿਆ ਉਸ ਦੇ ਵਾਸਤੇ। ਤੇਸੇ ਔਰ ਪ੍ਰੀਤ ਘਟੀ ਨਹੀਂ ਕਿਉਂ ਹੂੰ, ਦਿਨ ਪ੍ਰਤੀ ਵਧਤ ਜਾਤ ਸੁਖ ਤਿਉ ਹੂੰ। ਪਰ ਕਵੀ ਜੀ ਲਿਖਦੇ ਨੇ ਕਿ ਜਾਨੀ ਸੈਯਦ ਦੇ ਅੰਦਰ ਸਤਿਗੁਰਾਂ ਵਾਲੇ ਪਾਸੇ ਦੀ ਪ੍ਰੀਤ ਰਤਾ ਵੀ ਨਾ ਘਟੇ, ਸਗੋਂ ਦਿਨ ਪ੍ਰਤੀ ਦਿਨ ਉਹ ਪ੍ਰੀਤ ਵੱਧ ਤੋਂ ਵੱਧ ਹੁੰਦੀ ਗਈ। ਦਰਸ਼ਨ ਕੀ ਅਭਿਲਾਖ ਬਿਸਾਲਾ, ਕਰ ਕਿਰਪਾ ਸਤਿਗੁਰੂ ਕਿਸ ਕਾਲਾ। ਜਾਨੀ ਸੈਯਦ ਦੇ ਮਨ ਦੇ ਵਿੱਚ ਇਹ ਆਸ਼ਾ ਹੈ, ਇਹ ਤਮੰਨਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਇੱਕ ਸਮੇਂ ਮੇਰੇ ਤੇ ਕਿਰਪਾ ਕਰਨਗੇ ਔਰ ਮੈਨੂੰ ਨਿਹਾਲ ਕਰਨਗੇ। ਇੱਕ ਦਿਨ ਬੈਠੇ ਸਭਾ ਮਝਾਰਾ, ਤਬ ਸਿੱਖਣ ਕਰ ਜੋਰ ਉਚਾਰਾ। ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਹੋਏ ਸਨ ਤੇ ਸਿੱਖਾਂ ਨੇ ਉਸ ਵੇਲੇ
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੇ ਨੇ ਬੜ ਸੇਵਾ ਮੇ ਸੈਯਦ ਜਾਣੇ, ਗੁਰ ਦਰਸ਼ਨ ਮਨ ਪ੍ਰੀਤੀ ਠਾਨੇ। ਕਹਿੰਦੇ ਨੇ ਇਹ ਸੱਚੇ ਪਾਤਸ਼ਾਹ, ਉਹ ਜਿਹੜਾ ਸੈਯਦ ਦਰਵਾਜ਼ੇ ਦੇ ਬਾਹਰ ਬੈਠਾ ਸੱਚੇ ਪਾਤਸ਼ਾਹ, ਉਹ ਤੁਹਾਡੇ ਦਰਸ਼ਨਾਂ ਦੀ ਮੰਗ ਆਪਣੇ ਮਨ ਦੇ ਵਿੱਚੋਂ ਜ਼ਰੂਰ ਕਰਦਾ ਹੋਵੇਗਾ। ਸੱਚੇ ਪਾਤਸ਼ਾਹ ਪਹਿਲਾਂ ਦਰਸ਼ਨ ਕਰਕੇ ਮਸਤ ਰਹਿੰਦਾ ਸੀ ਤੇ ਤੁਸੀਂ ਤੇ ਹੁਣ ਅੱਗੇ ਹੁਕਮ ਕਰਕੇ ਕੰਧ ਚਿਣਵਾ ਦਿੱਤੀ। ਸਹਿਜ ਸੁਭਾਇਕ ਸੁਣ ਗੁਰ ਕਹਿਓ, ਜੇ ਕਰ ਦ੍ਰਿੜ ਹਠ ਐਸੇ ਗਹਿਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਹਿਜ ਸੁਭਾਈ ਬਚਨ ਕੀਤਾ। ਕਹਿੰਦੇ ਨੇ ਜੇਕਰ ਦ੍ਰਿੜ ਐਸੇ ਹਠ ਗਹਿਓ, ਜੇ ਉਸ ਜਾਨੀ ਸੈਯਦ ਨੇ ਦ੍ਰਿੜਤਾ ਦੇ ਨਾਲ, ਪਕਿਆਈ ਦੇ ਨਾਲ ਐਸੇ ਹਠ ਨੂੰ, ਜਿੱਦ ਨੂੰ ਧਾਰਨ ਕੀਤਾ ਹੋਇਆ ਤਾਂ ਤੋ ਅਬ ਜਾਏ ਡੁਬੋ ਦਰਿਆਓ, ਹਮ ਟਿਗਤੇ ਇਹ ਦੇਹੋ ਸੁਨਾਓ। ਸਤਿਗੁਰੂ ਜੀ ਕਹਿੰਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਬੜਾ ਦ੍ਰਿੜ ਵਿਸ਼ਵਾਸੀ ਹੈ, ਪੱਕੇ ਇਰਾਦੇ ਦੇ ਨਾਲ ਬੈਠਾ, ਤੇ ਸਤਿਗੁਰੂ ਜੀ ਕਹਿੰਦੇ ਨੇ ਜਾਓ ਉਹਨੂੰ ਜਾ ਕੇ ਕਹਿ ਦੇਵੋ ਮੇਰੇ ਵੱਲੋਂ ਕਿ ਸਤਿਗੁਰੂ ਜੀ ਕਹਿੰਦੇ ਨੇ ਦਰਿਆ ਦੇ ਵਿੱਚ ਛਾਲ ਮਾਰ ਕੇ ਡੁੱਬ ਜਾ। ਇੱਕ ਸਿੱਖ ਨੇ ਤੇ ਜਾਏ ਸੁਨਾਵਾ, ਹੁਕਮ ਗੁਰੂ ਨੇ ਇਮ ਫੁਰਮਾਵਾ। ਇੱਕ ਸਿੱਖ ਨੇ ਜਾ ਕੇ ਜਾਨੀ ਸੈਯਦ ਨੂੰ ਸਤਿਗੁਰਾਂ ਦਾ ਹੁਕਮ ਸੁਣਾ ਦਿੱਤਾ। ਕਹਿੰਦਾ ਕਿ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਦਰਿਆ ਦੇ ਵਿੱਚ ਛਾਲ ਮਾਰ ਕੇ ਡੁੱਬ ਕੇ ਮਰ ਜਾ। ਜਾਨੀ ਸੁਣ ਹਰ ਖਿਓ ਅਸ ਬਚ ਕੋ, ਕਹਿਓ ਇਹ ਮੋਹਿ ਪ੍ਰਤੀ ਸਚ ਕੋ। ਜਦੋਂ ਜਾਨੀ ਨੂੰ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਸੰਦੇਸ਼ਾ ਮਿਲਿਆ ਤੇ ਜਾਨੀ ਸੁਣ ਕੇ ਬੜਾ ਖੁਸ਼ ਹੋਇਆ। ਕਹਿੰਦਾ ਕਮ ਸੇ ਕਮ ਮੇਰੇ ਤੇ ਇੰਨੀ ਤੇ ਕਿਰਪਾ ਹੋਈ ਹੈ ਕਿ ਸਤਿਗੁਰਾਂ ਨੇ ਮੈਨੂੰ ਕੋਈ ਹੁਕਮ ਕੀਤਾ। ਕਹਿੰਦਾ ਤੂੰ ਬਹੁਤ ਚੰਗੀ ਖਬਰ ਸੁਣਾਈ ਹੈ, ਮੈਂ ਹੁਣੇ ਹੀ ਸਤਿਗੁਰਾਂ ਦੇ ਬਚਨ ਨੂੰ ਸੱਤ ਕਰਕੇ ਦਿਖਾਵਾਂ। ਦੌੜਿਓ ਜਾਏ ਨਦੀ ਮੈਂ ਪਰਿਓ, ਤੂਰਨ ਸਿੱਖ ਗੁਰੂ ਪਠਵਨ ਕਰਿਓ। ਉਸੇ ਵੇਲੇ ਦੌੜਦਾ ਹੋਇਆ ਦਰਿਆ ਦੇ ਕਿਨਾਰੇ ਤੇ ਪਹੁੰਚਿਆ। ਜਾਂਦਿਆਂ ਸਾਰ ਜਾਨੀ ਨੇ ਕੁਝ ਨਹੀਂ ਸੋਚਿਆ, ਦਰਿਆ ਦੇ ਵਿੱਚ ਛਾਲ ਮਾਰ ਦਿੱਤੀ। ਪਰ ਸਤਿਗੁਰੂ ਜੀ ਤੇ ਉਸਦੀ ਸਿਰਫ ਪਰਖ ਕਰਨਾ ਚਾਹੁੰਦੇ ਸੀ। ਸਤਿਗੁਰਾਂ ਨੇ ਪਹਿਲੋਂ ਹੀ ਦਾਸ ਨੂੰ ਭੇਜ ਦਿੱਤਾ ਸੀ ਕਿ ਜਦੋਂ ਛਾਲ ਮਾਰੇਗਾ ਤੇ ਛੇਤੀ ਉਸ ਨੂੰ ਕੱਢ ਕੇ ਬਚਾ ਲਵੇ। ਉਹਨੇ ਉਧਰੋਂ ਛਾਲ ਮਾਰੀ ਤੇ ਦੂਸਰੇ ਪਾਸਿਓਂ ਸਿੱਖ ਨੇ ਛਾਲ ਮਾਰੀ, ਉਹਨੂੰ ਕੱਢਣ ਦਾ ਯਤਨ ਕੀਤਾ। ਡੂਬਤ ਜਾਨੀ ਵਹਿਰ ਨਿਕਾਸਾ, ਆਣ ਬਿਠਾਏ ਦੀਨ ਥਲ ਤਾਸਾ। ਡੁੱਬਦੇ ਹੋਏ ਜਾਨੀ ਨੂੰ ਸਿੱਖ ਨੇ ਬਾਹਰ ਕੱਢਿਆ ਤੇ ਬਾਹਰ ਕੱਢ ਕੇ ਉਸੇ ਹੀ ਜਗ੍ਹਾ ਦੇ ਉੱਤੇ ਫੇਰ ਬਿਠਾ ਦਿੱਤਾ ਜਿੱਥੋਂ ਡੁੱਬਣ ਦੇ ਵਾਸਤੇ ਚੱਲ ਕੇ ਗਿਆ ਸੀ। ਬਹੁਰ ਸਿੱਖ ਬਹੁ ਕਰੈ ਸਪਾਰਸ਼, ਤੁਮਰੀ ਆਗਿਆ ਮੈਂ ਬਿਨ ਅਰਸ। ਕਾਫੀ ਸਾਰੇ ਦਿਨ ਫੇਰ ਬਤੀਤ ਹੋ ਗਏ ਪਰ ਸਤਿਗੁਰਾਂ ਨੇ ਫੇਰ ਵੀ ਉਹਦਾ ਖਿਆਲ ਨਾ ਕੀਤਾ। ਕਵੀ ਜੀ ਲਿਖਦੇ ਨੇ ਕਿ ਬਹੁਤੀ ਵਾਰੀ ਸਿੱਖਾਂ ਨੇ ਜਾਨੀ ਦੀ ਸਿਫਾਰਿਸ਼ ਕੀਤੀ ਹੈ। ਕਹਿੰਦੇ ਨੇ ਤੁਮਰੀ ਆਗਿਆ ਮੈਂ ਬਿਨ ਆਰਸ। ਸੱਚੇ ਪਾਤਸ਼ਾਹ ਦੇਖੋ ਉਹ ਬਗੈਰ ਆਲਸ ਤੋਂ ਤੁਹਾਡੇ ਹੁਕਮ ਨੂੰ ਕਿੰਜ ਮੰਨਦਾ ਹੈ। ਜੇ ਤੁਸੀਂ ਹੁਕਮ ਕਰ ਦਿੱਤਾ, ਉਹਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਦਰਿਆ ਦੇ ਵਿੱਚ ਛਾਲ ਵੀ ਮਾਰ ਦਿੱਤੀ। ਉਠੈ ਨਹੀਂ ਤਿਸ ਥਲ ਮੇ ਜੈ ਹੈ, ਨਾਤਰ ਰਾਵਰ ਦਰਸ਼ਨ ਪਹਿ। ਕਹਿੰਦੇ ਨੇ ਕਿ ਉੱਠਦਾ ਨਹੀਂ ਹੈ ਉੱਥੋਂ। ਜੇਕਰ ਉੱਠਦਾ ਹੋਵੇ ਤੇ ਦੀਵਾਰ ਤੋਂ ਸਾਹਮਣੇ ਆਣ ਕੇ ਵੀ ਤੁਹਾਡੇ ਦਰਸ਼ਨ ਕਰ ਸਕਦਾ ਹੈ, ਪਰ ਉਹਨੇ ਆਪਣਾ ਹੱਠ ਇਸ ਤਰ੍ਹਾਂ ਦਾ ਧਾਰਨ ਕੀਤਾ ਹੈ, ਜਿੱਥੇ ਬੈਠਾ ਹੈ ਉੱਥੇ ਬੈਠਾ ਰਹਿੰਦਾ ਹੈ ਜਿੰਨਾ ਚਿਰ ਤੁਸੀਂ ਕੋਈ ਹੁਕਮ ਨਹੀਂ ਕਰਦੇ। ਕਸਿਓ ਕਸੌਟੀ ਸ੍ਰੀ ਗੁਰ ਦੇਖਾ, ਜਾਨੀ ਜਾਨਾ ਪ੍ਰੇਮ ਵਸ਼ੇਖਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਕਸੌਟੀ ਤੇ ਲਾ ਕੇ ਸਤਿਗੁਰਾਂ ਨੇ ਜਾਨੀ ਦੀ ਪਰਖ ਕੀਤੀ। ਜਾਨੀ ਜਾਨਾ ਪ੍ਰੇਮ ਵਸ਼ੇਖਾ ਭਾਵ ਕਿ ਜਾਨੀ ਦਾ ਜਾਣਿਆ ਕਿ ਪ੍ਰੇਮ ਬਹੁਤ ਸੱਚਾ ਹੈ ਔਰ ਜ਼ਿਆਦਾ ਹੈ। ਪੁਨ ਕਹਿ ਪਠਿਓ ਰਿੱਧ ਸਿੱਧ ਲੇਹੂ, ਜਿਮ ਚਾਹੋ ਤਿਮ ਕਿਸ ਕਰ ਦੇਹੂ। ਸਤਿਗੁਰਾਂ ਨੇ ਇੱਕ ਸਿੱਖ ਨੂੰ ਹੁਕਮ ਦੇ ਕੇ ਭੇਜਿਆ। ਕਹਿੰਦੇ ਨੇ ਜਾਓ ਜਾਨੀ ਨੂੰ ਜਾ ਕੇ ਆਖੋ ਕਿ ਮੈਂ ਰਿੱਧੀਆਂ ਤੇ ਸਿੱਧੀਆਂ ਉਸ ਨੂੰ ਦੇ ਦੇਣਾ ਹਾਂ। ਰਿੱਧੀਆਂ ਸਿੱਧੀਆਂ ਨੂੰ ਲੈ ਲੈਵੇ
ਤੇ जिस तरह रिद्धियां सिद्धियां ना कर सकता है वो कर लवे। कह जानी एक जाना बिना अपर न जानो होए कुछ कना। सिख ने जानी सैयद नूं आख्या कि सतगुरां ने हुक्म कीता है कि रिद्धियां सिद्धियां दा दान दे देने हां, लै लै रिद्धियां सिद्धियां नूं। जानी कहंदा नहीं, एक जानी बिना, कहंदा है कि एक प्यारे तो बगैर मैनू किसी चीज की लोड़ नहीं है, बस जानी को जानी मिला दो, जानी को जानी मिला दो, कुछ होए कना भावे बहुता कुछ होवे, मैनू किसी की कोई लोड़ नहीं। जब इनको पी त्याग बखाना दर्शन लागी प्रीत महाना। ग्रंथाकार जी लिखते ने कि जदों रिद्धियां सिद्धियां दी भी परवाह ना कीती, उन्हां तो भी ना कर दित्ती ते दर्शनां दी प्रीत जदों बहुत ज्यादा जागी, तब जानी को निकट बुलायव दे दर्शन प्रभु पंथ बतायव। फिर उस वेले सतगुरां ने जानी नूं अपने कोल बुलाया, सतगुरां ने अपना पावन पवित्र दर्शन दिता ते खुदा नूं मिलण दा रस्ता दस्सिया। सुनत समायो परमानंद पारियो चरण पर कर जुग बंद। सतगुरां दे चरण कमलां दे उत्ते जानी सैयद ने नमस्कार कीते है ते सतगुरां ने जिहड़ा उपदेश दिता उस उपदेश दे नाल कवि जी लिखते ने सुनत समायो परमानंद। परम ते आनंद दो शब्दां दी संधि है। कहंदे ने कि सतगुरां ने जदों सुनाया ते परम आनंद दे विच जानी समा गई। तब अंतरगत लगी समाद मिट गई ब्याद रोयाद उपाद। उसे वेले अंतर्मुखी बिरती दा धारणी बन गया है, समाधि लीन हो गया है, मिट गई ब्याद रोआद उपाद। कवि जी लिखते ने आद ब्याद ते उपाद, इन्हां सारियां चीजां दा दुख मिट गया। इस तरीके दे नाल सतगुरु हरगोबिंद सच्चे पातशाह जी ने जानी सैयद दे उत्ते कृपा कीती। इस घटना नूं, इस प्रसंग नूं करतार सिंह जी कलास वालिए इंज बयान करते हैं। एक दिन सतगुरु शिकार चले, उठ वाग फड़दा अगों आ जल्दी, मेहर कर फकीर नूं खैर पावो, देहो जानी को जानी मिला जल्दी। गुरां आखिया पयों जे बहुत काला, डुब विच दरिया दे जा जल्दी। जानी सुनदियां हुक्म नूं दौड़ गया, छाल मारदा विच दरिया जल्दी। होया विच इम्तिहान दे पास जानी, लिया गुरां ने बाहर कढ़ा जल्दी। आई होश श्री गुरु दी गोद अंदर, बैठा हो रही रंग वटा जल्दी। जानी पालिया ए जानी अपने नूं, जानी पालिया ए जानी अपने नूं, कहंदा मुख तो फेर सुना जल्दी। वार अपना आप करतार सिंगा, लिया दरस महबूब दा पा जल्दी। करतार सिंह जी कलास वाले लिखते ने इस तरीके दे नाल जानी ने मानो के अपने आप नूं वारिया ते दरस पालिया अपने पावन पवित्र महबूब दा। इस तरीके दे नाल गुरु जी ने उसदे उत्ते वड्डी कृपा की। तब ख्वाजा सतगुर बुलवायो, दोनों प्रत्यस हुक्म अलायो। ग्रंथाकार भाई संतोख सिंह जी लिखते ने इस तो बाद उस ख्वाजे नूं जिहदे ते पहला सतगुरां ने कृपा कीती सी, ਉਹਨੂੰ बुलाया ते दोवां नूं इकट्ठा करके फिर सतगुरां ने इंज हुक्म कीता। कहंदे ने पूरी परी तुम्हारी सेवा करे प्रसन्न भले गुरुदेवा। सतगुरु जी दोवां नूं कहंदे ने कि तुहाडी जिहड़ी सेवा है ना वो प्रवान हो गई है, क्योंकि तुसीं अपनी सेवा दे नाल वचन मन्नण दे नाल गुरु नूं प्रसन्न कर लिया। आबी स्थल होए रहो एकांत, जिस रहनी में संत महंत। सतगुरु जी ख्वाजे नूं ते जानी सैयद नूं दोवां नूं कहंदे ने कि तुसीं हुण इस जगह नूं छड्ड के एकांत दे विच जा के रवो। जिस रहनी में संत महंत, जिहड़ी रहनी दे विच
ਸੰਤ ਮਹੰਤ ਰਹਿੰਦੇ ਨੇ, ਉਸੇ ਰਹਿਣੀ ਦੇ ਵਿੱਚ ਜਾ ਕੇ ਰਵੋ। ਮਾਨਿਓ ਬਾਕ ਕਰੈ ਹਮ ਐਸੇ, ਰਹਿ ਕਿਤਕ ਦਿਨ ਪੂਰਬ ਜੈਸੇ। ਦੋਵਾਂ ਨੇ ਹੱਥ ਜੋੜ ਕੇ ਆਖਿਆ ਕਿ ਗਰੀਬ ਨਵਾਜ, ਜਿਵੇਂ ਤੁਹਾਡਾ ਹੁਕਮ ਹੋਇਆ ਹੈ ਅਸੀਂ ਇਸੇ ਤਰ੍ਹਾਂ ਕਰਾਂਗੇ। ਰਹੇ ਕਿਤਕ ਦਿਨ ਪੂਰਬ ਜੈਸੇ, ਪਰ ਤਾਂ ਵੀ ਕਵੀ ਜੀ ਲਿਖਦੇ ਨੇ ਕਿ ਥੋੜੇ ਦਿਨ ਉਸੇ ਤਰੀਕੇ ਦੇ ਨਾਲ ਪਹਿਲਾਂ ਦੀ ਤਰ੍ਹਾਂ ਸਤਿਗੁਰਾਂ ਦੇ ਲਾਗੇ ਰਹੇ। ਟਹਿਲ ਕਰੇ ਨਿਜ ਹਾਥਨ ਸਾਥ, ਚਰਨ ਸਪਰਸ਼ ਸ੍ਰੀ ਗੁਰ ਨਾਥ। ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਰਹੇ, ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਸਪਰਸ਼ ਕਰਦੇ ਰਹੇ ਔਰ ਸਤਿਗੁਰਾਂ ਦਾ ਦਰਸ਼ਨ ਕਾਫੀ ਦਿਨ ਕਰਦੇ ਰਹੇ। ਬੇਪਰਵਾਹ ਮਗਨ ਮਨ ਰਹਿ, ਗੁਰ ਸ਼ਰਧਾ ਕੋ ਔਰ ਨਿਰਭੈ। ਕਵੀ ਜੀ ਲਿਖਦੇ ਨੇ ਬੇਪਰਵਾਹ ਰਹਿੰਦੇ ਨੇ, ਹਮੇਸ਼ਾ ਮਨ ਦੇ ਮਸਤੀ ਦੇ ਵਿੱਚ ਹੀ ਮਗਨ ਰਹਿੰਦੇ ਨੇ, ਗੁਰੂ ਦੀ ਸ਼ਰਧਾ ਨੂੰ ਨਿਭਾਉਂਦੇ ਨੇ। ਮਨ ਸੰਕਲਪ ਸੋ ਜਥਾ ਉਠਾਏ, ਨੰਦ ਲਾਲ ਤਿਨ ਕੇ ਢਿਗ ਆਏ। ਕਵੀ ਜੀ ਲਿਖਦੇ ਨੇ ਜਦੋਂ ਹੀ ਮਨ ਦੇ ਵਿੱਚ ਸੰਕਲਪ ਉਠਾਇਆ ਕਿ ਕੋਈ ਆਪਣੇ ਥਾਂ ਗੁਰੂ ਦੀ ਸੇਵਾ ਦੇ ਵਾਸਤੇ ਛੱਡ ਕੇ ਜਾਈਏ, ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਨੰਦ ਲਾਲ ਨਾਮ ਦਾ ਇੱਕ ਆਦਮੀ ਉਹਨਾਂ ਦੇ ਕੋਲ ਆ ਗਿਆ। ਕਹਿਣ ਤੋਂ ਭਾਵ ਇਹ ਹੈ ਕਿ ਦੋਵੇਂ ਸਤਿਗੁਰਾਂ ਦੇ ਹੁਕਮ ਨੂੰ ਮੰਨਣਾ ਚਾਹੁੰਦੇ ਸਨ, ਕਿਉਂਕਿ ਸਤਿਗੁਰਾਂ ਨੇ ਆਖਿਆ ਕਿ ਇਕਾਂਤ ਦੇ ਵਿੱਚ ਜਾ ਕੇ ਰਵੋ, ਇੱਥੋਂ ਚਲੇ ਜਾਵੋ। ਉਹ ਇਹ ਮੰਗ ਕਰਦੇ ਸਨ ਕਿ ਆਪਣੀ ਜਗ੍ਹਾ ਦੇ ਉੱਤੇ ਕਿਸੇ ਨੂੰ ਹੋਰ ਇਹ ਸੇਵਾ ਸੌਂਪ ਕੇ ਜਾਈਏ। ਇਹ ਉਹਨਾਂ ਦਾ ਮਨ ਦਾ ਜਦੋਂ ਸੰਕਲਪ ਬਣਿਆ ਤੇ ਕਵੀ ਜੀ ਲਿਖਦੇ ਨੇ ਕਿ ਕੋਈ ਅਚਾਨਕ ਨੰਦ ਲਾਲ ਨਾਮੀ ਸਿੱਖ ਉਹਨਾਂ ਦੇ ਕੋਲ ਆ ਗਿਆ। ਕੋਈ ਆਦਮੀ ਸੀ ਜਿਹਦਾ ਨਾਮ ਸੀ ਨੰਦ ਲਾਲ। ਦੋਇਨ ਆਪਣਾ ਚੇਲਾ ਕੀਨਸ, ਪ੍ਰਭ ਕੋ ਪੰਥ ਤਾਹਿ ਕੋ ਦੀਨਸ। ਉਸ ਨੰਦ ਲਾਲ ਨੂੰ ਦੋਵਾਂ ਨੇ ਆਪਣਾ ਚੇਲਾ ਬਣਾ ਲਿਆ। ਜਿਹੜਾ ਉਪਦੇਸ਼ ਸਤਿਗੁਰਾਂ ਨੇ ਉਹਨਾਂ ਨੂੰ ਦਿੱਤਾ ਸੀ ਉਹ ਉਸ ਨੂੰ ਅੱਗੋਂ ਦੇ ਦਿੱਤਾ। ਕਾਰੀ ਉਪਦੇਸ਼ ਕਯੋ ਤਿਸ ਤਾਈ, ਸੇਵਾ ਕੀਜੈ ਗੁਰੂ ਗੋਸਾਈ। ਉਸ ਨੰਦ ਲਾਲ ਨੂੰ ਉਪਦੇਸ਼ ਦੇ ਕੇ ਕਹਿ ਦਿੱਤਾ ਕਿ ਸੇਵਾ ਕੀਜੈ ਗੁਰੂ ਗੋਸਾਈ, ਅਸੀਂ ਜਾ ਰਹੇ ਹਾਂ ਪਰ ਤੂੰ ਸਾਡੀ ਜਗ੍ਹਾ ਦੇ ਉੱਤੇ ਇੱਥੇ ਰਹਿ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨੀ ਹੈ। ਨਿਜ ਬਦਲੇ ਮੇ ਸੇਵਾ ਹੇਤ, ਛੋੜਿਓ ਸੋ ਸਤਿਗੁਰੂ ਨਕੇਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀ ਸੇਵਾ ਦੇ ਬਦਲੇ ਉਸ ਨੂੰ ਸੇਵਾ ਦੇ ਵਿੱਚ ਜੋੜ ਦਿੱਤਾ ਸਤਿਗੁਰਾਂ ਦੇ ਘਰ ਦੇ ਵਿੱਚ। ਨੰਦ ਲਾਲ ਕੈ ਪ੍ਰੇਮ ਵਿਸਾਲਾ, ਗੁਰ ਟਿਗ ਕਰੇ ਘਾਇ ਨਾ ਕਾਲਾ। ਉਸ ਨੂੰ ਛੱਡ ਕੇ ਫਿਰ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਦੋਵੇਂ ਚਲੇ ਗਏ ਨੇ। ਕਵੀ ਜੀ ਲਿਖਦੇ ਨੇ ਕਿ ਨੰਦ ਲਾਲ ਵੀ ਬੜਾ ਪ੍ਰੇਮੀ ਸੀ ਸਤਿਗੁਰਾਂ ਦਾ। ਪ੍ਰੇਮ ਦੇ ਨਾਲ ਉਹ ਸਤਿਗੁਰਾਂ ਦੇ ਕੋਲ ਰਹਿ ਕੇ ਸੇਵਾ ਕਰਨ ਲੱਗਾ। ਸੁੰਦਰ ਤੇ ਸਰੂਪ ਗੁਰ ਹੇਰਾ, ਜਿਸ ਕੈ ਮਨ ਅਨੁਰਾਗ ਕਨੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਲਾਲ ਦੇ ਮਨ ਦੇ ਅੰਦਰ ਬੜਾ ਪ੍ਰੇਮ ਸੀ, ਵੱਡੀ ਸੇਵਾ ਵੀ ਕਰਦਾ ਸੀ ਔਰ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਉਹ ਸੋਹਣਾ ਬੜਾ ਸੀ, ਸੁੰਦਰ ਬੜਾ ਸੀ। ਹੋਏ ਪਰਸਾਨ ਸੋਹਣਾ ਨਾਮ, ਤਿਸ ਕੋ ਭਾਖਤ ਪੇ ਸੁਖ ਧਾਮ। ਸਤਿਗੁਰੂ ਜੀ ਨੰਦ ਲਾਲ ਦੀ ਸੇਵਾ ਦੇ ਉੱਤੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਨੰਦ ਲਾਲ ਦਾ ਨਾਮ ਬਦਲ ਦਿੱਤਾ। ਸਤਿਗੁਰਾਂ ਨੇ ਉਸ ਦਾ ਨਾਮ ਸੋਹਣਾ ਰੱਖ ਦਿੱਤਾ। ਤਿਸ ਦਿਨ ਤੇ ਪ੍ਰਸਿੱਧ ਸਭ ਮਹੀਆ, ਨਾਮ ਸੋਹਿਣਾ ਜਿਸ ਕਿਸ ਕਹੀਆ। ਜਿੱਦਣ ਹੀ ਸਤਿਗੁਰਾਂ ਨੇ ਉਹਦਾ ਨਾਮ ਸੋਹਣਾ ਕਰਕੇ ਪੁਕਾਰਿਆ, ਉਸੇ ਦਿਨ ਤੋਂ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿੱਚ ਉਸ ਦਾ ਸੋਹਣਾ ਨਾਮ ਮਸ਼ਹੂਰ ਹੋ ਗਿਆ। ਜਿਹੜਾ ਵੀ ਕਹਿੰਦਾ ਉਹਨੂੰ ਸੋਹਣਾ ਹੀ ਕਹਿੰਦਾ, ਕੋਈ ਨੰਦ ਲਾਲ ਨਹੀਂ ਕਹਿੰਦਾ। ਸਤਿਗੁਰ ਕੋ ਸੇਵੇ ਨਿਸ਼ਕਾਮ, ਮਨ ਤਾਵਤ ਪਾਇਓ ਬਿਸਰਾਮ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਦੀ ਸੇਵਾ ਸੋਹਣਾ ਨਿਸ਼ਕਾਮ ਭਾਵ ਦੇ ਨਾਲ ਕਰਨ ਲੱਗਾ।
ਮਨ ਧਾਵਤ ਪਾਇਓ ਵਿਸਰਾਮ। ਜਿਹੜਾ ਮਨ ਦੌੜਦਾ ਫਿਰਦਾ ਸੀ, ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਟਿਕ ਗਿਆ, ਉਹ ਵਿਸਰਾਮ ਦੀ ਹਾਲਤ ਦੇ ਵਿੱਚ ਆ ਗਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਰਹੇ ਕਿਤਕ ਦਿਨ ਗੁਰੂ ਟਿਗ, ਬ੍ਰਿਧ ਸਾਹਿਬ ਬੜ ਧੀਰ। ਬ੍ਰਿਧ ਅਵਸਥਾ ਪਰਮ ਪੀ, ਨਿਰਬਲ ਪਾਇਓ ਸਰੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਕੋਲ ਆਏ ਹੋਏ ਸਨ। ਕਾਫੀ ਦਿਨ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਕੋਲ ਰਹੇ। ਬਾਬਾ ਜੀ ਦੀ ਬਹੁਤ ਵੱਡੀ ਉਮਰ ਹੈ ਔਰ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਬੜਾ ਕਮਜ਼ੋਰ ਹੈ। ਚਾਹੇ ਉਹ ਚਲਨ ਚਿਤ ਆਪਨ ਸਥਾਨੀ, ਤਜਨ ਸਰੀਰ ਦਸ਼ਾ ਨਿਯਰਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਪਰਮ ਗਿਆਨੀ ਨੇ। ਇਸ ਕਰਕੇ ਬਾਬਾ ਬੁੱਢਾ ਜੀ ਹੁਣ ਆਪਣੀ ਨਿਜ ਜਗ੍ਹਾ ਦੇ ਉੱਤੇ ਜਾਣਾ ਚਾਹੁੰਦੇ ਨੇ, ਕਿਉਂਕਿ ਤ੍ਰਿਕਾਲਦਰਸ਼ੀ ਬਾਬਾ ਬੁੱਢਾ ਜੀ ਨੂੰ ਪਤਾ ਲੱਗ ਗਿਆ ਕਿ ਮੇਰੇ ਸਰੀਰ ਛੱਡਣ ਦਾ ਜਿਹੜਾ ਸਮਾਂ ਹੈ ਨਾ ਉਹ ਨੇੜੇ ਆ ਗਿਆ। ਸ੍ਰੀ ਨਾਨਕ ਗੁਰ ਤੇ ਸਿੱਖ ਹੋਇਓ, ਖਸ਼ਟਮ ਹਰ ਗੋਵਿੰਦ ਗੁਰ ਜੋਇਓ। ਕਵੀ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੇ ਸਨ। ਉਹਨਾਂ ਦੇ ਆਣ ਕੇ ਸਿੱਖ ਬਣੇ ਸਨ ਤੇ 6ਵੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੱਕ ਸਾਰੀਆਂ ਪਾਤਸ਼ਾਹੀਆਂ ਦਾ ਉਹਨਾਂ ਨੇ ਦਰਸ਼ਨ ਕੀਤਾ। ਖਸ਼ਟ ਗੁਰਨ ਕੇ ਚਲਤ ਨਿਹਾਰੇ, ਰਹਿਓ ਸਮੀਪੀ ਗਿਆਨ ਉਦਾਰੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੱਕ ਗੁਰੂਆਂ ਦੇ ਚਰਿੱਤਰਾਂ ਨੂੰ ਬਾਬਾ ਬੁੱਢਾ ਜੀ ਦੇਖਦੇ ਰਹੇ ਸਨ, ਕਿਉਂਕਿ ਸਾਰੇ ਗੁਰੂਆਂ ਦੇ ਸਮੀਪੀ ਰਹੇ ਸਨ, ਲਾਗੇ ਰਹੇ ਸਨ। ਜਿਸ ਕੇ ਘਰ ਤੈ ਨਿਕਸੈ ਟੀਕਾ, ਸੋ ਗੁਰ ਬਣ ਸਵਣ ਸੋ ਟੀਕਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਨੂੰ ਇਹ ਮਰਤਬਾ ਹਾਸਲ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਦੋਂ ਵੀ ਗੁਰਿਆਈ ਦਾ ਤਿਲਕ ਦਿੱਤਾ ਜਾਂਦਾ ਸੀ ਤੇ ਉਹ ਤਿਲਕ ਬਾਬਾ ਬੁੱਢਾ ਜੀ ਆਪਣੇ ਹੱਥਾਂ ਦੇ ਨਾਲ ਕਰਦੇ ਸਨ। ਇਸੇ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੱਕ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਹੀ ਦਿੰਦੇ ਰਹੇ। ਗੁਰ ਘਰ ਮੇ ਜਿਸ ਕੇ ਸਮ ਆਨਨਾ, ਫੁਰੇ ਬਾਕ ਜਿਮ ਨਿਕਸੈ ਆਨਨਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਜੀ ਵਰਗਾ ਮਰਤਬਾ ਕਿਸੇ ਨੂੰ ਹਾਸਲ ਨਹੀਂ ਸੀ। ਫੁਰੇ ਬਾਕ ਜਿਮ ਨਿਕਸੈ ਆਨਨ, ਜੋ ਵੀ ਮੂੰਹ ਦੇ ਵਿੱਚੋਂ ਬਚਨ ਨਿਕਲਦਾ ਸੀ ਬਾਬਾ ਜੀ ਦੇ, ਉਹ ਬਚਨ ਅਟਲ ਹੁੰਦਾ ਸੀ, ਜ਼ਰੂਰ ਸਫਲ ਹੁੰਦਾ ਸੀ। ਇੱਕ ਦਿਨ ਬੈਠੇ ਬਿਨੈ ਬਖਾਨੀ, ਬਿਨਾ ਭਨੇ ਸਭ ਕੀ ਤੁਮ ਜਾਨੀ। ਇੱਕ ਦਿਨ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਲਾਗੇ ਬੈਠੇ ਸਨ। ਹੱਥ ਜੋੜ ਕੇ ਬਾਬਾ ਜੀ ਨੇ ਅਰਜ਼ ਕੀਤੀ, ਕਹਿੰਦੇ ਨੇ ਬਿਨਾ ਭਨੇ ਸਭ ਕੀ ਤੁਮ ਜਾਨੇ। ਕਹਿੰਦੇ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਬਗੈਰ ਹੀ ਅਰਜ਼ ਕਰਨ ਤੋਂ ਤੁਸੀਂ ਹਰ ਇੱਕ ਗੱਲ ਨੂੰ ਜਾਣਦੇ। ਅਬ ਮੈਂ ਗਮਨ ਚਾਹੋ ਨਿਜ ਨਗਰੀ, ਬੀਤ ਗਈ ਆਵਰ ਦਾ ਸਗਰੀ। ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਹੁਣ ਆਪਣੀ ਨਗਰੀ ਦੇ ਵਿੱਚ ਮੈਂ ਵਾਪਸ ਜਾਣਾ ਚਾਹੁੰਦਾ ਹਾਂ। ਬੀਤ ਗਈ ਆਵਰ ਦਾ ਸਗਰੀ, ਸੱਚੇ ਪਾਤਸ਼ਾਹ ਮੈਨੂੰ ਲੱਗਦਾ ਹੈ ਕਿ ਮੇਰੀ ਸਾਰੀ ਉਮਰ ਬੀਤ ਗਈ। ਕਿਰਪਾ ਸੇਂਦ ਇੱਕ ਬਾਰੇ ਅਬ ਦੀਜੈ, ਮੋਹ ਮਨੋਰਥ ਕੋ ਸਫਲ ਲੀਜੈ। ਹੱਥ ਜੋੜ ਕੇ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਇੱਕ ਵਰਦਾਨ ਮੰਗਣਾ ਚਾਹੁੰਦਾ, ਕਿਰਪਾ ਕਰਕੇ ਮੈਨੂੰ ਵਰਦਾਨ ਦੇ ਕੇ ਮੇਰੇ ਮਨ ਦੇ ਮਨੋਰਥ ਨੂੰ ਸਫਲ ਕਰੋ। ਸੁਣ ਸ੍ਰੀ ਹਰਗੋਬਿੰਦ ਬਖਾਨਾ, ਤੁਮ ਤੇ ਨਹੀਂ ਆਦੇ ਹਮ ਜਾਨਾ। ਜਦੋਂ ਬਾਬਾ ਬੁੱਢਾ ਜੀ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਾਬਾ ਜੀ ਕਿਸ ਤਰ੍ਹਾਂ ਦੀ ਗੱਲ ਕਰਦੇ ਹੋ, ਤੁਸੀਂ ਤੇ ਵਰਦਾਨ ਦੇਣ ਦੀ ਜਗ੍ਹਾ ਦੇ ਉੱਤੇ ਹੋ ਔਰ ਤੁਸੀਂ ਕੁਝ ਮੰਗੋਗੇ ਤੇ ਮੈਂ ਨਾ ਦੇਵਾਂਗਾ, ਇਹ ਤੇ ਹੋ ਹੀ ਨਹੀਂ ਸਕਦਾ। ਕਹਿੰਦੇ ਨੇ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਅਸੀਂ ਤੁਹਾਨੂੰ ਨਾ ਦਈਏ ਜਵਾਬ ਹੋਵੇ। ਤਨ ਮਨ ਧਨ ਜੇਤ ਕਹਿ ਮੇਰੇ, ਕਿਰਪਾ ਆਪ ਕੀ ਹੀ ਨਿਤ ਹੇਰੇ।
सतगुरु हरगोबिंद सच्चे पातशाह जी कहते ने बाबा जी मेरा तन भाव के मेरा शरीर ये भी तुहाडी दित्ती हुई एक दात है। क्योंकि इतिहास दे विच इस तरह का प्रसंग आउंदा है कि बाबा बुढ़ा जी दे वरदान दे नाल सतगुरु हरगोबिंद सच्चे पातशाह जी का अवतार होया। सतगुरु जी कहते ने बाबा जी मेरा शरीर तुहाडा दिता होया दान है, मेरा मन मेरा तन जो भी कुछ मेरा है ये बाबा जी तुहाडा ही ते है। कृपा आपकी ते नित होए, ये कृपा तुहाडी है सारी दी सारी। बाबा जी तुसीं जो मंगना है वो मंग लो, मैं जरूर देंगा। मोको सेवक अपन पछानो, जिम चाहत तिम हुक्म बखानो। सतगुरु हरगोबिंद सच्चे पातशाह जी ने निमरता दे नाल हथ जोड़ के आख्या कि हे बाबा जी मैं ते तुहाडा सेवक हाँ, मैनू अपना सेवक समझो। कहते ने बाबा जी मंगो ना, तुसीं बस हुक्म करो तुहानू की चाहिए। तुसीं हुक्म करन दी जगह दे उत्ते हो, मैं दास मनन लायक। सुन तबरेद ने किया बड़ाई, इही रीत रावर बन आई। जदों इस तरीके दे नाल सतगुरां ने बेनतियां कीतियां ते बाबा बुढ़ा जी ने फिर सतगुरां दी वडियाई कीती। कहंदे ने यही रीत रावर बन आई, यही ते तुहाडा वड्डापन है। इस तरह बाबा जी ने आखे। अब कुछ नहीं सनातन है, वेद पुराण संत सब कहें। बाबा बुढ़ा जी कहते ने कि जिहड़ी तुसीं रीति कर रहे हो ये कोई नवी नीति नहीं है। कहते ने सनातन है भाव के ये नवी रीत नहीं है, ये ते पुरानी ही रीति है। वेद पुराण संत सब कहें, जिन्ने भी वेद पुराण धार्मिक ग्रंथ ने और जिन्ने भी साधु संत महात्मा पुरुष ने वो यही गल कहंदे। जन की अपने ते अदकाई, करत कृपा कर सब लख पाई। बाबा जी कहंदे ने सारे यही गल कहंदे ने कि दास दी अपने आप तो अदकता सतगुरु जी करके विखाउंदे ने। भाव के दास नू बहुत ही ज्यादा गुरु वडियाई देंदा है। करे कृपा कर सब लख पाई, इस गल नू ते सारी दुनिया जानदी। अपनो प्रण रण में कर काचा, भीखम को निर्वायो साचा। एक पुराना प्रमाण बाबा बुढ़ा जी ने दिता महाभारत दे विचों। कहंदा है कि अपने प्राण नू कच्चा कीता भगवान कृष्ण ने, भाव के अपने प्राण नू झूठा कीता ते भीष्म दे कीते हुए प्राण नू निभाया साचा, सच्चा करके विखाया। घटना इस तरह दी सी कि कृष्ण जी ने प्रण कीता सी कि मैं महाभारत दे युद्ध दे विच हथियार नहीं चुकांगा, निहत्था रवांगा। पर भीष्म पितामह ने भी यह प्रण कीता सी कि ऐसा समा आवेगा कि मैं तुहानू हथियार चुकण दे उत्ते मजबूर कर दियांगा। इस तरह महाभारत दे विच घटना आउंदी है कि अपने अर्जुन की सहायता दे वास्ते एक समय रथ का जिहड़ा पहिया सी ना उन्होंने शस्त्र बना के चलाया भगवान कृष्ण ने। सारी गल कहण तो भाव कि हथियार चुकण दे उत्ते मजबूर किया भीष्म ने ते भगवान कृष्ण ने रथ का पहिया उस वेले चुकिया। ग्रंथाकार भाई संतोख सिंह जी लिखते ने कि बाबा बुढ़ा जी ने प्रमाण दिता कि तुसीं दासां नूं वडियाई देंदे हो। जिवें कि भीष्म की प्रतिज्ञा नूं सच्चा करके विखाया, अपनी प्रतिज्ञा तो झूठे पै गए भगवान कृष्ण जी। इस तरह तुसीं दासां नूं वडियाई देंदे हो, इसे तरह मैनूं वडियाई दे रहे हो। मैनूं कहंदे हो कि मैं हुक्म करां ते तुसीं दास बन के मन्नोगे। इते आदक के तक थल पनिया, अंत न पाए सकें जे गनिया। बाबा बुढ़ा जी कहंदे ने कि सच्चे पातशाह इस तरह के इतिहास दे विच बहुत सारे प्रसंग आउंदे ने, बड़े प्रमाण आउंदे ने, किन्ना किन्ना दा मैं गिन के बयान करां। मन मेरे में बसो गोसाई, सथेर समेर समान सदाई। बाबा जी ने अपनी मंग पेश की। बाबा जी कहंदे ने कि सच्चे पातशाह हे गोसाई कृपा मेरे ते करनी कि सदीवी तौर दे उत्ते मेरे हिरदे दे विच तुसीं समा जाओ, जिस तरह के समेर पर्वत स्थिर हुंदा है। जब मेरो कब आए संदेशा, सुनो गरीब निवाज यशेषा। बाबा बुढ़ा जी कहंदे ने कृपा करके मेहर करके मेरे हिरदे दे विच टिक जावो। और दूसरी तरफ बाबा जी ने आख्या कि जदों कदे मेरा तुहानू संदेशा मिले, मेरा संदेश पहुंचे ते कृपा करने
कि मेरे संदेशे नूं तुसीं विशेष तौर दे उत्ते मन लेना। तब ज्यों क्यों कर दर्शन दीजै, यह बेनती मेरी सुन लीजै। बाबा बुढ़ा जी कहंदे ने कदे मेरा संदेशा तुहाडे तक पहुंचे, जिस संदेशे दे विच मैं तुहाडे दर्शनां दी मंग कीती होवे ते किरपा करनी मेरे ते, उस नूं जिवें ना किवें जरूर पूरा करना। मैनूं उस समय जरूर आण के दर्शन देना। हे गरीब नवाज, मेरी इस बेनती नूं तुसीं प्रवान कर लो। इम ही होए कहो गुर जबै, दोह दिश पद बंधन कर तबै। सुनदियां सार बेनती नूं सतगुरां ने आख्या बाबा जी एवें होवेगा जिवें तुसीं हुक्म कीता है। उसे वेले दोवां पासियां तो एक दूजे नूं दोवां ने नमस्कारां कीतियां। जोध अजिता जीवा तीन, तीनों गुरु को बंधन कीन। जोध ने, अजिते ने ते जीवे ने ਜਿਹੜੇ ਕਿ ਅੰਮ੍ਰਿਤਸਰ ਤੋਂ ਮਿਲ ਕੇ ਦਰਸ਼ਨਾਂ ਦੇ ਵਾਸਤੇ ਆਏ ਸਨ, ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਚਾरों चले खुशी को पाए, सिमरत श्री नानक सुख दाए। बाबा बुढ़ा जी दे समेत फिर चारे जाने सतगुरु नानक देव सच्चे पातशाह जी जो सुखां दा दान देण वाले ने, उन्हां नूं याद करदियां करदियां चल पए। लख कै रुख गुर को गुरदास, करियो बास सुख रासै पास। भावें के बाबा बुढ़ा जी दे नाल भाई गुरदास जी भी आए सन, पर भाई गुरदास जी ने सतगुरां दे रुख नूं देखिया ते सतगुरां दे लागे ही रहण दे वास्ते वो तैयार हो गए। बिरदा को विदा करन तिस बेरे, चले गुरु संग सिख कनेरे। बाबा बुढ़ा जी नूं दूर तक विदा करन दे वास्ते बहुतियां सारियां सिखां दे समेत सतगुरु हरगोबिंद सच्चे पातशाह जी भी चल पे। गए दूर लग बृद थिर होयो, सतगुर पायन आवत जोयो। जदों काफी दूर चले गए उस वेले बाबा बुढ़ा जी रुक गए, क्योंकि बाबा बुढ़ा जी ने देखा कि सतगुरु हरगोबिंद सच्चे पातशाह जी नंगे चरणां दे नाल बाबा बुढ़ा जी दा सत्कार रखण दे वास्ते दूर तक उन्हां नूं विदा करन दे वास्ते आए सन। उस जगह दे उत्ते रुक गए बाबा बुढ़ा जी। करत परस पर बंधन पले, गुर को मोर अगारी चले। उस वेले बाबा जी ने अर्ज कीती कि सच्चे पातशाह इन्ना भार ना चढ़ाओ दास दे सिर दे उत्ते, किरपा करके मेरी बेनती नूं प्रवान करो, हुण तुसीं वापस मुड़ जाओ। सतगुरां नूं उस जगह तो वापस मोड़ दिता ते आप बाबा बुढ़ा जी उत्थों फिर अगे चल पे। ग्राम नाम रमदास के, बृद के सदन सदाए, तैको पहुंचे जाए कर गुर गुण भन समुदाय। ग्रंथाकार भाई संतोख सिंह जी लिखते ने कि बाबा बुढ़ा जी दे पिंड दा नाम है रामदास। अजनाले दे लागे ही रामदास पिंड है, जिथे के बाबा बुढ़ा जी दा पिंड सी। अपने घर दे विच रामदास दे विच बाबा बुढ़ा जी चले गए ने। तह को पहुंचे जाए कर गुरु गुण भण समुदाय। ग्रंथाकार भाई संतोख सिंह जी लिखते ने कि सतगुरां दे बहुते सारे गुणां दा गान करदे होए बाबा बुढ़ा जी अपने घर चले गए। इस जगह दे उत्ते साध संगत जी समय की समाप्ति है। कल नूं ग्रंथाकार भाई संतोख सिंह जी जिस तरीके दे नाल इस अगले हालात नूं, इस अगले इतिहास नूं जिवें बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरते गया। जिन्नियां ही अर्जा करदा होया मैं इत्थे ही कथा नूं विश्राम दे के सारी साध संगत तो खिमा दा जाचका। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार, हे निर्गुण सब टेक। हे गोबिंद हे गुण निदान, जाकै सदा विवेक। हे अपरंपर हर हरे, है पी होवन हार।
हे संता कै सदा संग निधारा आधार। हे ठाकुर हो दास रो मैं निर्गुण गुण नहीं कोय। नानक दीजै नाम दान राखो हिय परोय। याही कुल ते प्रगट होय ताही कुल को नाम। पुन द्वादश गुरिंड को मेरी है प्रणाम।